ਦੀ ਪੌੜੀ ਜੋ ਸੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਾਬਤ ਸੀ ਕਿ ਕਿਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਜਗਤ ਨੂੰ ਤਾਰਨ ਹਿਤ ਉਦਾਸੀ ਕਰਨ ਦਾ ਭੇਖ ਬਣਾਇਆ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਉਦਾਸੀਆਂ ਜੋ ਦਾਤਾਰ ਪਿਤਾ ਮਹਾਰਾਜ ਨੇ ਕੀਤੀਆਂ, ਕਿਵੇਂ ਉਹਨਾਂ ਉਦਾਸੀਆਂ ਦੇ ਲਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਘਰੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਨੇ ਆਪ ਬਖਸ਼ਾਂ ਰਹਿਮਤਾਂ ਦੇ ਕਰਕੇ ਤੋਰਿਆ ਸੀ। ਉਸੇ ਪਾਵਨ ਪਵਿੱਤਰ ਪੌੜੀ ਦੀ ਆਪਾਂ ਵਿਚਾਰ ਕਰਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਰਪਾ ਕੀਤੀ, ਕਹਿੰਦੇ ਪਹਿਲੇ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓਂ ਬਣਿਆਈ, ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ, ਬਾਝੋ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਇਸ ਧਰਤੀ ਦੀ ਲੁਕਾਈ ਨੂੰ, ਇਸ ਦੁਨੀਆ ਦੀ ਲੁਕਾਈ ਨੂੰ ਸੋਧਣ ਵਾਸਤੇ, ਸੋਧਣ ਦਾ ਅਰਥ ਹੁੰਦਾ ਹੈ ਸਿੱਧਾ ਕਰਨ ਵਾਸਤੇ, ਤਾਰਨ ਵਾਸਤੇ ਕਹਿ ਲਈਏ, ਜਾਂ ਉਹਨੂੰ ਸ਼ੁੱਧ ਰੂਪ ਕਰਨ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਦਾਸੀ ਦਾ ਭੇਖ ਬਣਾਇਆ। ਸੰਸਾਰ ਜਗਤ ਦੇ ਅੰਦਰ ਹਰ ਪ੍ਰਾਣੀ ਭੇਖ ਧਾਰੀ ਹੈ, ਹਰ ਬੰਦੇ ਨੇ ਭੇਖ ਬਣਾਇਆ। ਤੇ ਭੇਖ ਦੋ ਤਰ੍ਹਾਂ ਦਾ ਹੈ। ਇੱਕ ਭੇਖ ਹੈ ਬਾਹਰੀ, ਆ ਸੰਸਾਰ ਦੇ ਸਰੀਰ ਦੇ ਕੱਪੜੇ, ਸਰੀਰ ਦਾ ਲਿਬਾਸ, ਸਰੀਰ ਦੇ ਧਾਰਮਿਕ ਚਿੰਨ੍ਹ, ਇਹ ਬਾਹਰੀ ਭੇਖ ਹੈ। ਪਰ ਇੱਕ ਹੈ ਅੰਦਰੂਨੀ ਭੇਖ, ਜੋ ਬੰਦਾ ਕਪਟ ਕਰਕੇ, ਛਲ ਕਰਕੇ, ਦੁਵੈਖ ਤੇ ਈਰਖਾ ਭਾਵ ਰੱਖ ਕੇ ਆਪਣੇ ਅੰਦਰ ਨੂੰ ਲੁਕਾਉਣ ਦਾ ਯਤਨ ਕਰਦਾ ਹੈ। ਇੱਕ ਭੇਖ ਉਹ ਹੈ। ਇੱਕ ਸੰਸਾਰੀ ਭੇਖ ਹੈ, ਦੁਨਿਆਵੀ ਭੇਖ ਹੈ, ਸਰੀਰਿਕ ਭੇਖ ਹੈ। ਗੁਰੂ ਕੀ ਬਾਣੀ ਦੇ ਅੰਦਰ ਜਦੋਂ ਵੀ ਭੇਖਾਂ ਦੀ ਗੱਲ ਆਈ ਹੈ ਨਾ, ਕਦੀ ਵੀ ਕਿਸੇ ਦੇ ਬਾਹਰੀ ਭੇਖ ਨੂੰ ਲੈ ਕਰਕੇ, ਬਹਿਰੂਨੀ ਪਹਿਰਾਵੇ ਨੂੰ ਲੈ ਕੇ ਗੁਰੂ ਸਾਹਿਬ ਜੀ ਨੇ ਕਦੀ ਕਿਸੇ ਨੂੰ ਕਟਾਕਸ਼ ਨਹੀਂ ਕੀਤਾ। ਹਾਂ, ਜੇ ਬਾਹਰ ਦਾ ਭੇਖ ਬੜਾ ਸੁੰਦਰ, ਦਾਨਾ, ਸਿਆਣਾ ਬਣਾਇਆ ਹੈ, ਪਰ ਅੰਦਰੋਂ ਛਲੀਆ ਹੈ, ਅੰਦਰੋਂ ਕੋਈ ਕਪਟੀ ਹੈ, ਅੰਦਰੋਂ ਕੋਈ ਸਵਾਰਥੀ ਹੈ, ਅੰਦਰੋਂ ਰੱਬ ਤੋਂ ਟੁੱਟਾ ਹੋਇਆ ਹੈ, ਤੇ ਬਾਹਰ ਭੇਖ ਬਣੇ ਹੋਏ ਨੇ, ਫਿਰ ਗੁਰੂ ਸਾਹਿਬ ਜੀ ਦੀ ਬਾਣੀ ਨੇ ਐਸੇ ਪੁਰਖ ਦੇ ਭੇਖ ਤੇ ਕਿੰਤੂ ਵੀ ਕੀਤਾ ਹੈ। ਐਸੇ ਪੁਰਖ ਦੇ ਭੇਖ ਨੂੰ ਦਾਤਾਰ ਪਿਤਾ ਮਹਾਰਾਜ ਨੇ ਇਹ ਵੀ ਕਿਹਾ ਵੀ ਇਹ ਰੱਬ ਦੇ ਘਰ ਅੰਦਰ ਨਾ ਪ੍ਰਵਾਨ ਹੈ। ਤੇ ਐਸੇ ਭੇਖ ਨੂੰ ਦਾਤਾਰ ਪਿਤਾ ਮਹਾਰਾਜ ਨੇ ਖੰਡਨ ਵੀ ਕੀਤਾ, ਪਾਖੰਡ ਵੀ ਆਖਿਆ। ਪਰ ਜੇ ਅੰਦਰ ਸ਼ੁੱਧ ਹੈ, ਅੰਦਰ ਪ੍ਰਭੂ ਪ੍ਰੇਮ ਦੇ ਵਿੱਚ ਲਬਰੇਜ਼ ਹੈ, ਫਿਰ ਬਾਹਰੀ ਭੇਖ ਭਾਵੇਂ ਕੋਈ ਵੀ ਹੋਵੇ, ਸਤਿਗੁਰਾਂ ਨੇ ਹਰ ਇੱਕ ਭੇਖ ਨੂੰ ਪ੍ਰਵਾਨ ਕੀਤਾ। ਭਾਵੇਂ ਕੋਈ ਕਿਸੇ ਤਰ੍ਹਾਂ ਦਾ ਤਨ ਤੇ ਖੱਪਰ ਪਾ ਲਏ, ਤਨ ਤੇ ਬਸਤਰ ਨੀਲਾ ਪਾ ਲਏ, ਚਿੱਟਾ ਪਾ ਲਏ, ਭਗਵਾਂ ਪਾ ਲਏ, ਕੋਈ ਵੀ ਪਾ ਲਏ, ਪਰ ਜੇ ਕਿਤੇ ਅੰਦਰ ਮੈਲਾ ਹੈ ਤੇ ਫਿਰ ਭਾਵੇਂ ਬਾਹਰ ਦੇ ਕੱਪੜੇ ਕਿਤਨੇ ਵੀ ਚੰਗੇ ਨੇ, ਗੁਰਦੇਵ ਨੇ ਉਹ ਪ੍ਰਵਾਨ ਨਹੀਂ ਕੀਤੇ। ਪਰ ਜੇ ਅੰਦਰ ਤੜਫ ਹੈ ਰੱਬ ਦੇ ਮਾਲਕ ਦੀ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਦਾਤਾ ਜੀ ਤੇਰੀ ਪ੍ਰਾਪਤੀ ਦੇ ਲਈ ਲੋਕਾਂ ਨੇ ਭੇਖ ਬਣਾਏ। ਜੈਸੀ ਉਹਨਾਂ ਦੀ ਸਮਝ ਵਿੱਚ ਆਇਆ, ਜੈਸਾ ਉਹਨਾਂ ਨੂੰ ਉਪਦੇਸ਼ ਮਿਲਿਆ, ਲੋਕਾਂ ਨੇ ਭੇਖ ਬਣਾਏ, ਪਰ ਉਹ ਭੇਖ ਪ੍ਰਵਾਨ ਨੇ ਜੇ ਤੈਨੂੰ ਪਾਣ ਲਈ ਬਣਾਏ, ਤੇ ਜੇ ਲੋਕਾਂ ਨੂੰ ਭਰਮਾਉਣ ਲਈ ਬਣਾਏ ਨੇ, ਫਿਰ ਉਹ ਭੇਖ ਪ੍ਰਵਾਨ। ਗੁਰੂ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਦਾ ਸ਼ਬਦ ਆਉਂਦਾ ਹੈ, ਦੇਵਤਿਆਂ ਦਰਸ਼ਨ ਕੈ ਤਾਈ, ਦੁਖ ਭੂਖ ਤੀਰਥ ਕੀਏ, ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿ ਨਾ ਜਾਈ ਤੇਰੇ ਗੁਣ ਕੇਤੇ। ਤਉ ਕਾਰਨ ਸਾਹਿਬਾ, कि हे साहिब हे वाहिगुरु तेरे वास्ते
ਰੱਬ ਲਈ ਤੇ ਜੋ ਕਰਾਂਗੇ ਉਹ ਪ੍ਰਵਾਨ। ਪਰਮੇਸ਼ਵਰ ਲਈ ਕੀਤਾ ਮਨੁੱਖ ਦਾ ਹਰ ਕਰਮ ਹਰ ਭੇਖ ਉਹਦੀ ਭਗਤੀ ਬਣ ਜਾਂਦੀ ਹੈ। ਜੇ ਉਹ ਸੱਚੇ ਮਨ ਦੇ ਨਾਲ, ਹਿਰਦੇ ਦੀ ਤੜਫ ਦੇ ਨਾਲ, ਹਿਰਦੇ ਦੀ ਜਿਗਿਆਸਾ ਨਾਲ ਕਰਦਾ ਹੈ, ਫਿਰ ਉਹਦਾ ਹਰ ਕਰਮ ਪ੍ਰਵਾਨ। ਪਰ ਜੇ ਹਿਰਦੇ ਵਿੱਚ ਚਾਹਨਾ ਨਹੀਂ, ਪ੍ਰੇਮ ਨਹੀਂ, ਸਿਰਫ ਛਲ ਤੇ ਕਪਟ ਕਰਕੇ ਪਿਆ ਕਰਦਾ ਹੈ, ਫਿਰ ਚੰਗੇ ਤੋਂ ਚੰਗਾ ਕਰਮ ਵੀ ਬਾਣੀ ਨੇ ਪ੍ਰਵਾਨ ਨਹੀਂ ਕੀਤਾ। ਇੱਥੋਂ ਤੱਕ ਬਚਨ ਅਸੀਂ ਪੜ੍ਹਦੇ ਹਾਂ, ਅਸੀਂ ਮੰਨਦੇ ਹਾਂ ਨਾ ਕਿ ਰੱਬ ਦੀ ਪ੍ਰਾਪਤੀ ਜੇ ਕਰਨੀ ਹੈ, ਪਰਮੇਸ਼ਵਰ ਦੀ ਖੁਸ਼ੀ ਜੇ ਲੈਣੀ ਹੈ, ਪਾਠ ਪੂਜਾ ਕਰੋ, ਤੀਰਥਾਂ ਦਾ ਰਟਨ ਕਰੋ, ਪੁੰਨ ਦਾਨ ਕਰੋ। ਇਹ ਸਾਰੇ ਕਰਮ ਧਰਮ ਦੇ ਮੰਨੇ ਗਏ ਨੇ ਤੇ ਰੱਬ ਦੀ ਨਜ਼ਦੀਕਤਾ ਦਿਵਾਉਂਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜੇ ਅੰਦਰ ਤੜਫ ਨਹੀਂ, ਜੇ ਅੰਦਰ ਪਿਆਰ ਨਹੀਂ, ਫਿਰ ਭੇਖੇ ਪ੍ਰਵਾਨ ਨਹੀਂ। ਭਾਵੇਂ ਪਾਠ ਪੜੋ, ਭਾਵੇਂ ਤੀਰਥਾਂ ਦਾ ਰਟਨ ਕਰੋ, ਭਾਵੇਂ ਦਾਨ ਪੁੰਨ ਬੰਦਾ ਕਰੇ, ਭਾਵੇਂ ਪੂਜਾ ਕਰੇ। ਅਸੀਂ ਬਚਨ ਪੜ੍ਹਦੇ ਹਾਂ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਪਾਠ ਕੀ ਕਰਦਾ ਹੈ? ਪਾਠ ਸਫਲ ਤਾਂ ਹੈ ਜੇ ਉਹਨੂੰ ਕਰਦਿਆਂ ਕਰਦਿਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਖਹਿੜਾ ਛਿੜੀ ਗਿਆ। ਪਾਠ ਤਾਂ ਸਫਲਾ ਹੈ, ਪੂਜਾ ਤਾਂ ਸਫਲੀ ਹੈ, ਤੀਰਥ ਰਟਨ ਤਾਂ ਸਫਲੇ ਨੇ ਜੇ ਉਹਨਾਂ ਨੂੰ ਕਰਦਿਆਂ ਕਰਦਿਆਂ ਵਿਕਾਰ ਖਤਮ ਹੋ ਰਹੇ ਨੇ। ਵਿਕਾਰ ਐਸਤਾ ਐਸਤਾ ਨਾਸ ਹੋ ਗਏ, ਖੀਨ ਹੋ ਗਏ, ਫਿਰ ਤਾਂ ਸਮਝੋ ਪਾਠ ਪ੍ਰਵਾਨ ਹੋ ਰਿਹਾ, ਫਿਰ ਤਾਂ ਧਰਮ ਦਾ ਕਰਮ ਪ੍ਰਵਾਨ ਹੋ ਰਿਹਾ। ਪਰ ਯਾਦ ਰੱਖੀਏ, ਕਈ ਵਾਰੀ ਇਹ ਕਰਮ ਕਰਦਿਆਂ ਕਰਦਿਆਂ ਵਿਕਾਰ ਵੱਧ ਵੀ ਜਾਂਦੇ। ਧਰਮ ਦੇ ਕਰਮ ਕਰਦਿਆਂ ਕਰਦਿਆਂ ਕਈ ਵਾਰੀ ਬੜਾ ਵੱਡਾ ਹੰਕਾਰੀ ਹੋ ਜਾਂਦਾ ਬੰਦਾ, ਬੜਾ ਵੱਡਾ ਸਵਾਰਥੀ ਹੋ ਜਾਂਦਾ ਬੰਦਾ, ਬੜਾ ਵੱਡਾ ਲਾਲਚੀ ਹੋ ਜਾਂਦਾ ਬੰਦਾ। ਇਸ ਕਰਕੇ ਦਾਤਾ ਜੀ ਕਹਿੰਦੇ ਵੀ ਜਿਨ੍ਹਾਂ ਕਰਮਾਂ ਕਰਕੇ ਵਿਕਾਰ ਖਤਮ ਹੋਣੇ ਸਨ ਤੇ ਵਿਕਾਰਾਂ ਦੇ ਨਾਸ ਤੋਂ ਬਾਅਦ ਪ੍ਰਮਾਤਮਾ ਦੀ ਸੋਝੀ ਹੋਣੀ ਸੀ, ਪਰ ਉਹ ਕਰਮਾਂ ਦੇ ਨਾਲ ਤੇ ਤੂੰ ਆਪਣੇ ਵਿਕਾਰਾਂ ਨੂੰ ਹੋਰ ਮਜ਼ਬੂਤ ਕਰ ਲਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਕਹਿੰਦੇ ਨਿਉਲੀ ਕਰਮ ਕੀਤੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ। ਪਰ ਪੰਜਾਂ ਤੋਂ ਤੇ ਸੰਗ ਨਾ ਛੁੱਟਿਆ। ਬਾਣੀ ਕਹਿੰਦੀ ਕਾਮ ਤੋਂ ਬਚ, ਕ੍ਰੋਧ ਤੋਂ ਬਚ, ਲੋਭ ਲਾਲਚ ਹੰਕਾਰ ਤੇ ਹਉਮੈ ਤੋਂ ਬਚ। ਪਰ ਜੇ ਬੰਦੇ ਨੂੰ ਗੁਰੂ ਘਰ ਆਉਂਦਿਆਂ ਹੀ ਹਉਮੈ ਆ ਜਾਏ ਵੀ ਮੇਰੇ ਵਰਗਾ ਵੱਡਾ ਸੇਵਾਦਾਰ ਕੋਈ ਨਹੀਂ, ਮੇਰੇ ਵਰਗਾ ਵੱਡਾ ਜਪੀ ਤਪੀ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੇਰਾ ਪਾਠ ਤੇਰੇ ਲਈ ਤਾਂ ਉਹ ਚੀਜ਼ ਜਿਹੜੀ ਚੀਜ਼ ਨੇ ਰੋਗ ਦਾ ਨਾਸ ਕਰਨਾ ਸੀ, ਜੇ ਉਹੀ ਚੀਜ਼ ਰੋਗ ਦਾ ਕਾਰਨ ਬਣ ਜਾਏ ਤੇ ਬੰਦਾ ਕਿਵੇਂ ਬਚੇ। ਜਿਹੜੀ ਵਸਤੂ ਖਾਣ ਨਾਲ, ਜਿਹੜੀ ਵਸਤੂ ਧਾਰਨ ਕਰਨ ਦੇ ਨਾਲ ਰੋਗਾਂ ਤੋਂ ਬਚਾਅ ਹੋ ਸਕਦਾ ਹੈ, ਤੇ ਜੇ ਉਹੀ ਚੀਜ਼ ਬੰਦੇ ਲਈ ਜ਼ਹਿਰ ਬਣ ਜਾਏ ਤੇ ਬੰਦਾ ਫਿਰ ਬਚ ਨਹੀਂ ਸਕਦਾ। ਬਚਣ ਦਾ ਕੋਈ ਤਰੀਕਾ ਨਹੀਂ। ਜਦੋਂ ਜਿਹੜੀ ਚੀਜ਼ ਜੀਵਨ ਦੇਣ ਦਾ ਕਾਰਨ ਬਣਦੀ ਹੋਵੇ ਉਹੀ ਮੌਤ ਦਾ ਕਾਰਨ ਬਣ ਜਾਏ। ਅੰਮ੍ਰਿਤ ਜਿਹੜਾ ਹੈ ਉਹ ਜੀਵਨ ਦਿੰਦਾ ਹੈ ਤੇ ਬਿਖ ਜ਼ਹਿਰ ਜਿਹੜੀ ਉਹ ਮੌਤ ਦਿੰਦੀ ਹੈ। ਪਰ ਜਿਹਦੇ ਲਈ ਅੰਮ੍ਰਿਤ ਹੀ ਜ਼ਹਿਰ ਬਣ ਜਾਏ ਉਹ ਬਚ ਸਕਦਾ? ਕਦੀ ਨਹੀਂ ਬਚ ਸਕਦਾ, ਉਹਦਾ ਕੋਈ ਉਪਚਾਰ ਨਹੀਂ। ਅਜੇ ਬਿਖ ਖਾ ਕੇ ਬੰਦਾ ਮਰਦਾ ਹੋਵੇ, ਮੰਨ ਲਓ ਜਿਹਨੂੰ ਜ਼ਹਿਰ ਖਾ ਲਿਆ, ਜਿੰਨੇ ਉਹ ਮਰਦਾ ਹੋਵੇ ਉਹਦੇ ਮੂੰਹ 'ਚ ਅੰਮ੍ਰਿਤ ਦੀਆਂ ਘੁੱਟਾਂ ਪੈ ਜਾਣ ਤੇ ਉਹ ਬਚ ਸਕਦਾ ਹੈ। ਪਰ ਜਿਹੜਾ ਅੰਮ੍ਰਿਤ ਪੀਤਿਆਂ ਹੀ ਮਰਦਾ ਹੋਵੇ ਉਹਦੇ ਬਚਾਅ ਦਾ ਕੋਈ ਕਰ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਘਰ ਹੈ, ਗੁਰੂ ਦੀ ਬਾਣੀ ਹੈ, ਗੁਰੂ ਦੇ ਬਚਨ ਹਨ, ਪੂਜਾ ਪਾਠ ਹੈ, ਵੀ ਇਹ ਕਰਮ ਕੀਤਿਆਂ ਸਾਡੇ ਜੀਵਨ ਦੀ ਸੁਧਾਈ ਹੋਵੇ, ਸਾਡੇ ਜੀਵਨ ਦਾ ਸੁਧਾਰ ਹੋਵੇ। ਪਰ ਜੇ ਕੰਮ ਕਰਦੇ ਨਿਗਾਰ ਆ ਰਿਹਾ ਹੈ ਤੇ ਫਿਰ ਉਹਨਾਂ ਦਾ ਇੱਕ ਬੜਾ ਪਿਆਰਾ ਕਵਿਤ ਆਉਂਦਾ ਹੈ। ਉਹ ਕਹਿੰਦੇ ਇਸ ਤਰ੍ਹਾਂ ਹੈ ਕਿ ਜਿਵੇਂ ਨਦੀ ਤੋਂ ਬਾਹਰ ਕਿਸ਼ਤੀ ਖਲੋਤੀ ਹੈ, ਉਹਦੇ ਵਿੱਚ ਅੱਗ ਲੱਗ ਜਾਏ, ਬਾਣੀ ਤੋਂ ਬਾਹਰ ਖਲੋਤੀ ਬੇੜੀ ਵਿੱਚ ਅੱਗ ਲੱਗ ਜਾਏ ਤੇ ਪਾਣੀ ਪਾ ਕੇ ਬੁਝਾਈ ਜਾ ਸਕਦੀ ਹੈ। ਪਰ ਜਿਹੜੀ ਬੇੜੀ ਪਾਣੀ ਦੇ ਵਿੱਚ ਹੈ ਤੇ ਉਹਨੂੰ ਅੱਗ ਲੱਗ ਜਾਏ ਉਹ ਨਹੀਂ ਬਚ ਸਕਦੀ। ਅੱਗ ਨਾਲ ਤੇ ਸੜਨਾ ਹੀ ਸੜਨਾ ਹੈ, ਪਾਣੀ ਪਾਇਆ ਜਾਏਗਾ ਤੇ ਉਹ ਡੁੱਬ ਜਾਏਗੀ। ਉਹ ਦੋਵਾਂ ਹਾਲਾਤਾਂ ਵਿੱਚ ਹੀ ਮਰਦੀ। ਬੇੜੀ ਬਾਹਰ ਹੈ ਤੇ ਉਹਦੇ ਬਚਾਅ ਦਾ ਕਾਰਨ ਪਾਣੀ ਬਣ ਸਕਦਾ ਹੈ, ਪਰ ਪਾਣੀ ਦੇ ਅੰਦਰ ਹੀ ਅੱਗ ਲੱਗ ਗਈ। ਕਿੰਨੀ ਨਾਦਾਨੀ ਹੈ, ਕਿੰਨੀ ਗਾਫਲਤਾ ਹੋਏਗੀ ਕਿ ਪਾਣੀ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਬੇੜੀ ਅੱਗ ਦੀ ਲਪੇਟ ਵਿੱਚ ਆ ਗਈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਬਚਣ ਦਾ ਕੋਈ ਤਰੀਕਾ ਨਹੀਂ। ਕੋਈ ਬਚਣ ਵਾਸਤੇ ਕਿਸੇ ਗੜ੍ਹ ਦਾ, ਕਿਲੇ ਦਾ ਸਹਾਰਾ ਲਵੇ,
कोई चोर उचक्का बाहरों पै जाए तो बंदा दौड़ के किसी किले का किसी गढ़ का सहारा लै ले ते अंदर बैठे हुण लुट्टण वाले, फिर वो बंदा दसो किवें बचे। कहंदे चोरां डाकुआं तो बचण लई बंदा किसी राजे की शरण में जाए भी मैनू बचाओ, मैनू ये मारदे ने, तुहाडी प्रजा मैं। कहंदे जिहदी जान दा वैरी राजा बन जाए उन्होंने कोई बचा सकता है? चोरां तो डाकुआं तो राजा बचा सकता है, पर जे राजा ही जान दा वैरी हो जाए उन्होंने दुनिया की कोई ताकत नहीं बचा सकती। ये उदाहरण दे के भाई साहब भाई गुरदास जी कहते हैं इस तरह बंदा गुरु घर क्यों हुंदा है, परमेश्वर घर क्यों हुंदा है कि सानू माया दा डर है बाहर, लोभ लालच सानू अंदरों, बाहर तत्तियां हवावां सानू अंदर नू सेक देंदियां ने, दुख देंदियां ने, बाहर दुनिया की ईर्खा द्वैक निंदिया चुगली साडी अंदर दी शांति भंग कर दी है। इस करके बंदा कुछ खिन कुछ घड़ियां कुछ पल गुरु की शरण विच आउंदा है कि उत्थे सुकून मिले, उत्थे आनंद मिले। पर जे उत्थे आके भी बंदे नू वही प्रभाव चिमड़िया रहे, इत्थे आके भी बंदे नू ईर्खा द्वैक निंदिया चुगली उहदा खैड़ा ना छड्डे, फिर भाई गुरदास जी कहंदे ऐसे बंदे दे बचन दा कोई थां नहीं ते कोई तरीका नहीं। उन्हां दे बचन ने माया डर डरपत हार गुरु द्वारा जाइए तहां जो माया व्यापै कहो कत जाइए। जे उत्थे भी ये विकार व्यापन भाव यही कि गुरु अर्जन देव सच्चे पातशाह जी कहंदे निवल भयंगम साधे पंच जना सो संग ना छुटक्यो अधिक अहंग बुद्ध वाधे। कहंदे होर होमै वध गई भी मैं बड़े रटन कीते, मैं बड़े पाठ किते, मैं बड़ी पूजा की, मैं बड़ी सेवा की, अधिक अहंग बुद्ध वाधे। जेड़ी बुद्धि सी होर हौमे नाल भर गई, जेड़ी बुद्धि नू हौमे तो खाली करना सी पाठ करके पूजा करके सेवा करके वो चीज़ां जेड़ियां चीज़ां सुधार दा कारण बनिया सन वही चीज़ां जेड़ियां ने निगार दा कारण बन गईयां। ते गुरु अर्जन देव सच्चे पातशाह जी कहंदे फिर दसो रब नू मिलन दा तरीका की? प्यारे इन विद मिलन ना जाए। कई लोगों ने इहदा अर्थ किया जी वेखो जी पाठ कीतियां रब नहीं मिलता, पूजा कीतियां रब नहीं मिलता, सेवा कीतियां रब नहीं मिलता। गुरु अर्जन देव जी कह रहे ने, गुरु सवारियो गुरु अर्जन देव जी कह रहे ने जे पाठ कीतियां जे सेवा कीतियां जे धर्म दे कर्म करदियां तेरी बुद्धि विच हंकार वध जाए फिर रब नहीं मिलता। इन विद मिल ना जाए। नानक नंदन बाबा श्री चंद जी की बाणी पढ़ते हैं, वो भी गुरु नानक देव सच्चे पातशाह जी की बचना की प्रोड़ता करते हैं कि साहा सुपेद जर्द सुरखाई जो लह पहरे सो गुर भाई। भी मतलब नहीं ये गल दा भी जे तू ये पा के आएगा तू काला पा के आएगा तो तेनू नफरत नाल देखा जाएगा, सफेद पा के आएगा तो तू साडा भराता नहीं होएगा, सुरखाई पाएगा गहरुआ पाएगा तो तू साडा भराता नहीं होएगा। कहंदे ये वितकरे उत्थे कीते जाणगे जेड़े लोग वितकरियां विच बन्ने ने, पर कहंदे जेड़े परमात्मा की प्राप्ति लई कोई भी भेख बना बैठे ने उन्हां नूं दूजे भेख वाला भी अपना भराता ही दिसदा है, अपना मित्र ही दिसदा है। भावें शाह होवे, शाह दा अर्थ है काला, शाह सुपेद, सुपेद दा अर्थ है चिट्टा, जर्द दा अर्थ है पीला ते सुरखाई दा अर्थ है गहरुआ लाल। कहंदे जो लह पहरे जो मर्जी पहले। गुरु नानक देव जी के बचन ने कि देवतियां दर्शन कै ताई दुख भूख तीरथ किए तो कारण साहिबा रंग रते। तेरे कारण करके रंग रते। की पाया? खलड़ी खपड़ी लकड़ी। कहंदे भावें कोई खलड़ी भावें कोई कपड़ा पा के बैठा होवे, भावें किसी ने खल पाई होवे, भावें कोई दंडधारी सन्यासी होवे, कहंदे हर कोई परवान है जे तेरे करके उन्हें भेख धारण किया है। जे दुनिया करके भेख धारण किया है फिर दुनिया करके भेख बनाने वाले नूं गुरु नानक देव सच्चे पातशाह जी ने हर धार्मिक अवतार ने गुरु ने नहीं बख्शिया जे किसी कोल कल्ला भेख ही है। जे उहदे भेख दे नाल उहदे अंदर दी शुद्धता है फिर गुरु साहिब सच्चे पातशाह जी दा बचन कि वह साडा गुर भाई है, वह साडा मित्र है, वह साडा भराता है। गुरु नानक देव सच्चे पातशाह जी ने भी भेख बनाया ते एक भेख नहीं बनाया। गुरु नानक देव जी जिस जिस उदासी ते गए, जिस जिस मत दे प्रचारकां नूं जाके मिले वैसा वैसा भेख सी। जे वो हरिद्वार वाले पासे पूर्व वाले पासे सनातनिक धार्मिक स्थानां ते गए
ਤੇ ਉਹਨਾਂ ਦਾ ਭੇਖ ਵੈਸਾ ਸੀ, ਹਿੰਦੂ ਪ੍ਰਤੀਤ ਹੁੰਦੇ ਸਨ। ਜੇ ਇਸਲਾਮ ਵਾਲੇ ਪਾਸੇ ਗਏ ਉਹਨਾਂ ਦਾ ਭੇਖ ਐਸਾ ਸੀ। ਜੇ ਉਹ ਸਿੱਧਾਂ ਵਾਲੇ ਪਾਸੇ ਸੁਮੇਰ ਪਰਬਤ ਤੇ ਗਏ ਉਹ ਜੋਗੀਆਂ ਵਰਗਾ ਉਹਨਾਂ ਦਾ ਭੇਖ ਸੀ। ਤਾਂ ਹੀ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਚਨ ਕਹੇ ਕਿ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਉਦਾਸੀ, ਕਿਸ ਵਖਰ ਕੇ ਤੁਮ ਬਣਜਾਰੇ, ਕਿਉਂ ਕਰ ਸਾਥ ਲੰਘਾਵਹੁ ਪਾਰੇ। ਕਿ ਤੁਸੀਂ ਆਪਣੇ ਸਾਥ ਨੂੰ, ਆਪਣੀ ਜਮਾਤ ਨੂੰ, ਤੁਸੀਂ ਆਗੂ ਬਣੇ ਹੋਏ ਹੋ ਤੇ ਆਗੂ ਦਾ ਫਰਜ਼ ਹੈ ਵੀ ਆਪ ਵੀ ਤਰਿਆ ਹੋਵੇ ਤੇ ਆਪਣੀ ਜਮਾਤ ਨੂੰ ਵੀ ਤਾਰੇ। ਵੀ ਤੇਰੀ ਜਮਾਤ ਨੂੰ ਤੂੰ ਕਿਵੇਂ ਤਾਰੇਗਾ, ਕਿਹੜਾ ਤੇਰੇ ਕੋਲ ਭੇਖ ਹੈ, ਕਿਹੜਾ ਤੇਰੇ ਕੋਲ ਪਦ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਦਰਸ਼ਨ ਦਾ ਅਰਥ ਅਸੀਂ ਸਿਰਫ ਇਹ ਕਰਨੇ ਆ ਵੀ ਕਿਸੇ ਦੇ ਦਰਸ਼ਨ ਕਰਨੇ, ਕਿਸੇ ਨੂੰ ਵੇਖਣਾ ਤੇ ਕਿਸੇ ਦੇ ਦਰਸ਼ਨ ਕਰਨੇ ਦੋ ਵੱਖ ਚੀਜ਼ਾਂ ਨੇ। ਵੇਖਣ ਦਾ ਅਰਥ ਹੁੰਦਾ ਸਿਰਫ ਉਹਨੂੰ ਬਾਹਰੀ ਤੌਰ ਤੇ ਅਸੀਂ ਗੁਰੂ ਲਈ ਜਾਂ ਰੱਬ ਦੇ ਪਿਆਰਿਆਂ ਲਈ, ਮਹਾਂਪੁਰਸ਼ਾਂ ਲਈ ਬਚਨ ਵਰਤਦੇ ਹਾਂ, ਗੁਰੂ ਸਾਹਿਬਾਨਾਂ ਲਈ ਬਚਨ ਵਰਤਦੇ ਹਾਂ ਵੀ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ। ਕਿਉਂਕਿ ਵੇਖਣ ਤੇ ਦਰਸ਼ਨ ਵਿੱਚ ਇਤਨਾ ਕੁ ਫਰਕ ਹੈ ਕਿ ਵੇਖਣ ਦਾ ਭਾਵ ਹੁੰਦਾ ਬਸ ਬਾਹਰ ਦੇ ਰੂਪ ਵੇਖ ਲੈਣਾ, ਸਰੀਰ ਵੇਖ ਲੈਣਾ। ਦਰਸ਼ਨ ਦਾ ਭਾਵ ਹੁੰਦਾ ਉਹਨਾਂ ਦੇ ਅੰਦਰ ਦੇ ਫਲਸਫੇ ਨੂੰ ਜਾਣ ਲੈਣਾ, ਉਹਨਾਂ ਦੇ ਧੁਰ ਆਤਮਾ ਨੂੰ ਜਾਣ ਲੈਣਾ, ਉਹਨਾਂ ਨੂੰ ਅੰਦਰੋਂ ਵਾਚਣਾ ਵੀ ਕਿੱਥੋਂ ਤੱਕ ਜੁੜੇ ਹੋਏ ਨੇ, ਇਹਨਾਂ ਦੇ ਅੰਦਰ ਕੀ ਕੁਝ ਭਰਿਆ ਹੋਇਆ ਹੈ। ਇਹ ਦਰਸ਼ਨ ਹੈ, ਭਾਵ ਜਿਹਨੂੰ ਧੁਰ ਦ੍ਰਿਸ਼ਟੀ ਨਾਲ, ਗਹਿਰੀ ਦ੍ਰਿਸ਼ਟੀ ਨਾਲ ਵੇਖਣਾ। ਤੇ ਗੁਰੂ ਸਾਹਿਬ ਕਹਿੰਦੇ ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਅਸੀਂ ਰੱਬ ਦੇ ਪਿਆਰਿਆਂ ਦੇ ਦਰਸ਼ਨਾਂ ਲਈ, ਗੁਰੂ ਜਨਾਂ ਦੇ ਦਰਸ਼ਨਾਂ ਲਈ ਇੱਕ ਭੇਖ ਬਣਾਇਆ ਹੈ। ਤੇ ਗੁਰਮੁਖ ਖੋਜਤ ਭਏ ਉਦਾਸੀ, ਅਸੀਂ ਗੁਰਮੁਖਾਂ ਦੀ ਖੋਜ ਵਿੱਚ ਨਿਕਲੇ ਆ, ਇਸ ਕਰਕੇ ਇਹ ਉਦਾਸੀ ਭੇਖ ਬਣਾਇਆ। ਬਾਬਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਹਿਲਾਂ ਰੱਬ ਦੇ ਘਰੋਂ ਬਖਸ਼ਿਸ਼ ਮਿਲੀ, ਪਿੱਛੋਂ ਦੇ ਫਿਰ ਘਾਲ ਕਮਾਈ। ਫਿਰ ਗੁਰੂ ਸਾਹਿਬ ਜੀ ਨੇ ਘਾਲ ਕਮਾਈ ਕੀਤੀ। ਕੀ ਕਮਾਈ ਕੀਤੀ? ਰੇਤ ਅੱਕ ਆਹਾਰ ਕਰ, ਰੋੜਾਂ ਦੀ ਕੁਰ ਕਰੀ ਵਿਛਾਈ। ਕਿ ਚਾਰ ਉਦਾਸੀਆਂ, ਪੈਦਲ ਉਦਾਸੀਆਂ ਕੀਤੀਆਂ। ਦੇਖੋ ਪੈਦਲ ਚੱਲਣਾ ਹੋਵੇ ਅੱਜ ਦੇ ਸਮੇਂ ਵਿੱਚ ਵੀ ਕਿੰਨਾ ਸੰਕਟ, ਕਿੰਨੀ ਵਿਪਤਾ ਲੱਗਦੀ ਹੈ ਸਾਨੂੰ। ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਹੋਵੇ, ਅੱਜ ਸੜਕਾਂ ਨੇ, ਖੁੱਲਾ ਮਾਹੌਲ ਹੈ, ਪਰ ਉਸ ਸਮੇਂ ਜੰਗਲ, ਬੀਆਬਾਨ, ਐਸੇ ਹਾਲਾਤਾਂ ਵਿੱਚ ਵੀ ਗੁਰੂ ਨਾਨਕ ਦੇਵ ਜੀ ਪੈਦਲ ਯਾਤਰਾ ਕਰਦੇ ਰਹੇ। ਤੇ ਸਾਰੇ ਹਿੰਦੁਸਤਾਨ ਦਾ, ਈਰਾਨ, ਅਰਬ ਦਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਰਮਣ ਕੀਤਾ। ਦਤਾਰ ਪਿਤਾ ਮਹਾਰਾਜ ਜੀ ਸਮੁੰਦਰ ਪਾਰ ਵੀ ਗਏ। ਇਹ ਗੁਰੂ ਨਾਨਕ ਦੇਵ ਜੀ ਨੇ ਭਾਰੀ ਤਪੱਸਿਆ ਕੀਤੀ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉ ਬਣਾਈ। ਬਾਬਾ ਪੈਦਾ ਸੱਚਖੰਡ। ਪੈਦਾ ਦਰਤ ਹੈ। ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਬਚਨ ਪੜ੍ਹਦੇ ਨਾ, ਵਿਆਈ ਨਦੀ ਵਿੱਚ ਸਤਿਗੁਰਾਂ ਨੇ ਟੁੱਬੀ ਮਾਰੀ ਤੇ ਸਤਿਗੁਰੂ ਅਲੋਪ ਰਹੇ। ਉਹ ਸਮਾਂ ਸੀ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਪੈਦਾ ਸੱਚਖੰਡ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰੱਬ ਦੇ ਘਰ ਵਿੱਚ ਪ੍ਰਵਾਨ ਹੋਏ। 9 ਨਿਧ ਨਾਮ ਗਰੀਬੀ ਪਾਈ। ਉੱਥੇ ਗੁਰੂ ਨਾਨਕ ਦੇਵ ਜੀ ਨੂੰ 9 ਨਿਧੀਆਂ, ਰਿੱਧੀਆਂ, ਸਿੱਧੀਆਂ, ਨਿਮਰਤਾ, ਬਖਸ਼ਾਂ ਦੀ ਪੋਸ਼ਾਕ ਦੇ ਕਰਕੇ ਤੇ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਮੰਤਰ ਦੇ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਵੀ ਹੁਣ ਜਗਤ ਦਾ ਉਧਾਰ ਕਰੋ। ਬਾਬਾ ਦੇਖੈ ਧਿਆਨ ਧਰ। ਉਦੋਂ ਬਾਅਦ ਗੁਰੂ ਸਾਹਿਬ ਜੀ ਜਦੋਂ ਵਿਆਹੀ ਚੋਂ ਬਾਹਰ ਆਏ ਤਾਂ ਮਹਾਰਾਜ ਨੇ ਇਹ ਵੱਡਾ ਮਾਰਕਾ ਮਾਰਿਆ, ਉਦਾਸੀਆਂ ਕੀਤੀਆਂ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਨੂੰ ਨਾਲ ਲਿਆ, ਹੋਰ ਸੰਗੀ ਸਾਥੀ ਨਾਲ ਰਹੇ। ਤੇ ਗੁਰੂ ਸਾਹਿਬ ਜੀ ਨੇ ਉਧਾਰ ਕਿਹਦੇ ਨਾਲ ਕੀਤਾ? ਬਾਝੋਂ ਸੱਚੇ ਨਾਮ ਦੇ, ਹੋਰਥ ਕਰਾਮਾਤ ਅਸਾਥੇ ਨਾਏ। ਇੱਕ ਨਾਮ ਦੇ ਸਦਕਾ, ਇੱਕ ਸ਼ਬਦ ਦੀ ਸ਼ਕਤੀ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੱਡੇ ਵੱਡੇ ਵਲੀਆਂ ਦੇ, ਵੱਡੇ ਵੱਡੇ ਦੈਂਤਾਂ ਦੇ, ਵੱਡੇ ਵੱਡੇ ਰਾਖਸ਼ਾਂ ਦੇ, ਵੱਡੇ ਵੱਡੇ ਹੰਕਾਰੀਆਂ ਦੇ ਮਾਨ ਤੋੜੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕੋਲ ਇੱਕ ਅਕਾਲ ਪੁਰਖ ਦਾ ਸ਼ਬਦ ਸੀ ਤੇ ਇੰਨੀ ਕਿਰਪਾ ਕੀਤੀ। ਉਹੀ ਸ਼ਬਦ ਗੁਰੂ ਸਾਹਿਬ ਜੀ ਨੇ ਰਹਿੰਦੀ ਦੁਨੀਆ ਤੱਕ ਲੁਕਾਈ ਦੀ ਝੋਲੀ ਵਿੱਚ ਪਾਇਆ। ਅੱਜ ਵੀ ਉਹ ਸ਼ਬਦ ਜੇ ਕੋਈ ਆਪਣੇ ਹਿਰਦੇ ਵਿੱਚ ਵਸਾ ਲੇ, ਏਕ ਸ਼ਬਦ, ਦਾਤਾ ਜੀ ਕਹਿੰਦੇ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾਂ। ਅੱਜ ਵੀ ਉਹ ਸ਼ਬਦ ਉਹੀ ਸਮਰੱਥਾ, ਉਹੀ ਤਾਕਤ ਰੱਖਦਾ ਹੈ। ਬਸ ਜ਼ਰੂਰਤ ਹੈ ਕਿ ਉਹ ਹਿਰਦਿਆਂ ਵਿੱਚ ਵਸ ਜਾਏ, ਉਹ ਸਾਡੇ ਹਿਰਦੇ ਵਿੱਚ ਘਰ ਕਰ ਜਾਏ।
ਗੁਰੂ ਕਿਰਪਾ ਕਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਵਾਰ ਦੀ ਪੌੜੀ ਵਿੱਚ ਇਹ ਕਿਰਪਾ ਕੀਤੀ ਹੈ ਕਿ ਬਾਬੇ ਨੇ ਵੀ ਭੇਖ ਬਣਾਇਆ। ਸਾਰੀ ਦੁਨੀਆ ਭੇਖ ਬਣਾਉਂਦੀ ਹੈ, ਪਰ ਭੇਖ ਬਣਾਈਏ ਪਰਉਪਕਾਰ ਲਈ, ਭੇਖ ਬਣਾਈਏ ਪਿਆਰੇ ਦੇ ਪ੍ਰਾਪਤੀ ਦੇ ਲਈ, ਭੇਖ ਬਣਾਈਏ ਗੁਰੂ ਲਈ। ਜਿਹਨੂੰ ਅਸੀਂ ਵਿਖਾਣਾ ਹੈ ਗੁਰੂ ਲਈ ਭੇਖ ਬਣਾਈਏ, ਉਹ ਫਿਰ ਸਾਨੂੰ ਪ੍ਰਵਾਨ ਕਰੇਗਾ। ਗੁਰੂ ਕਿਰਪਾ ਕਰੇ।